अस्सलाम वालेकुम ख़वातीन और हज़रात, शुरू करते हैं आज का अस्पहाल। मैं हूं जिसका मेज़बान जुनैद सलीम। शो के आगाज़ में ही आपको लिए चलते हैं गांव की पंचायत की तरफ। जी अस्सलाम वालेकुम जैसा। बहुत शुक्रिया, बड़ी मेहरबानी जनाब। जैसा आप ठीक हैं? हाँ जी अल्लाह दा बड़ा शुक्र है। जनेद बच्चिया मौजां लाइयां मेरे सोहणे ने। ਆ ਇਹਨਾਂ ਦੀਆਂ ਮੌਜਾਂ ਲੱਗੀਆਂ ਜੀ ਤੇ ਹੋਰ ਕਿਸੇ ਦੀ ਮੌਜ ਲੱਗਣ ਨਹੀਂ ਦਿੰਦੇ। क्या हो गया है? ਜੁਨੈਦ ਸਾਹਿਬ, ਪਹਿਲੀ ਗੱਲ ਤੇ ਇਹ ਵੇ ਕਿ ਤੁਹਾਨੂੰ ਮੁਬਾਰਕ ਹੋਵੇ, ਰਾਣਾ ਸਾਹਿਬ ਨੇ ਸਮਾਰਟ ਫੋਨ ਲੈ ਲਿਆ ਜੀ। अच्छा जबरदस्त। ਹਾਂ ਬੜੀਆਂ ਥਾਵਾਂ ਤੋਂ ਮੁਬਾਰਕਾਂ ਮਿਲੀਆਂ अच्छा ਤੇ ਬੜਾ ਲੋਕੀ ਖੁਸ਼ ਹੋਏ ਨੇ। ਤੇ ਦੂਜੀ ਗੱਲ ਇਹ ਵੇ ਕਿ ਸਮਾਰਟ ਫੋਨ ਜਦ ਲੈ ਲਿਆ ਤੇ ਕਹਿਣ ਲੱਗੇ ਅੱਬਾ ਜੀ ਗੱਲ ਸੁਣੋ, ਗੱਲ ਇਹ ਵੇ ਕਿ ਸ਼ੈ ਉਹੀ ਜਿਹੜੀ ਦੂਜੇ ਦੇ ਵੀ ਕੰਮ ਆਵੇ। वैसे जैसा तरजीहात की बात होती है, माइंड ना कीजिएगा। अगर ये स्मार्टफोन कुछ अर्सा बाद ले लेते, पहले आपकी टांग का इलाज करवा लेते। ਉਹ ਨਹੀਂ ਜੁਨੈਦ ਸਾਹਿਬ, ਇਹ ਤੇ ਹੁਣ ਕੰਮ ਪੱਕਾ ਹੋ ਗਏ ਆ ਨਾ, ਹੁਣ ਤੇ ਚੱਲ ਉਹ ਡਾਕਟਰ कहता बाबू जी भी ये सही नहीं हो सकती, वड्डी जा सकती है। ਹਾਂ ਤੇ ਇੱਕ ਗੱਲ ਦਾ ਫੈਸਲਾ ਜੋ ਹੋ ਗਿਆ ਤੇ ਉਧਰ ਜਾਈਏ ਕਾਹਦੇ ਲਈ। हाँ डॉक्टर ਜਿਹੜਾ ਨਾ ਮੰਨੇ ਉਹ ਤੇ ਫਿਰ ਬੇਵਕੂਫੀ ਬੇਵਕੂਫ ਹੀ ਹੈਗੇ। ਤੇ ਰਾਣਾ ਸਾਹਿਬ ਨੇ ਲਿਆ ਸਮਾਰਟ ਫੋਨ ਤੇ ਆਖਣ ਲੱਗੇ ਇਹਦਾ ਫਾਇਦਾ ਹੋਣਾ ਚਾਹੀਦਾ ਸਾਰੇ ਪਿੰਡ ਨੂੰ। ਪੂਰੇ ਪਿੰਡ 'ਚ ਮੇਰੇ ਕੋਲ ਹੀ ਤਾਂ ਸਮਾਰਟ ਫੋਨ ਹੈ ਜਾਂ ਚੌਰੀਆਂ ਦੇ ਵੱਡੇ ਮੁੰਡੇ ਕੋਲੇ। अच्छा ਤੇ ਮੈਂ ਕਿਹਾ ਪੁੱਤਰ ਫਾਇਦਾ ਕੀ ਸੋਚਿਆ ਜੀ? ਆਂਦੇ ਨੇ ਅੱਬਾ ਜੀ ਮੈਂ ਚੈਨਲ ਖੋਲਣ ਲੱਗਾ YouTube। ਆ ਮੈਂ ਤੁਹਾਡੇ ਵਾਲੇ ਕੰਮ ਚ ਆਉਣ ਲੱਗਾ ਹੁਣ। अच्छा ਮੈਂ ਵੀ ਹੁਣ ਐਂਕਰ ਬਣਨ ਲੱਗਾ। अच्छा जबरदस्त। ਕਹਿੰਦੇ ਇਹੋ ਜਿਹਾ ਟੇਬਲ ਬਣਾਉਣਾ ਸੀ। ਬਣਵਾ ਲਾਂਗੇ ਇਹਨਾਂ ਦਾ ਹੀ ਲੈ ਜਾਾਂਗੇ ਤਰਲਾ ਮਿੰਟ ਕਰਕੇ। ਉਹ ਰਾਣਿਆ ਉਹ ਬੱਚਿਆ ਪੁੱਤ, ਉਹਨਾਂ ਦੀ ਤਨਖਾਹ ਕਰੋੜਾਂ ਚਾ, ਤੂੰ ਤੇ ਪੈਕੇਜ ਕਰਾਉਣ ਵਾਸਤੇ ਪਿੰਡ ਤਰਲੇ ਕਰਦਾ ਫਿਰਨਾ। ਉਹ ਚੱਲ ਉਹ ਵੀ ਹੋ ਜਾਏਗਾ ਚੋਰੀ ਪੈਕੇਜ, ਤੇਰੇ ਤਰਲੇ ਨਹੀਂ ਕਰਾਂਗੇ, ਉਹਨਾਂ ਦੇ ਹੀ ਕਰ ਲਾਂਗੇ, ਤੂੰ ਫਿਕਰ ਨਾ ਕਰ। ਚੈਨਲ ਖੋਲਨੇ ਨਾ ਜਿਹਦੇ ਚ ਕੋਈ ਮੁਲਾਜ਼ਮ ਹੈ ਨਾ ਕੋਈ ਇਹਦੇ ਚ ਕੋਈ ਕੰਮ ਕਰਨ ਵਾਲਾ। ਪੁੱਤਰ ਮੁਲਾਜ਼ਮ ਵੀ ਤੈਨੂੰ ਰੱਖ ਲਾਂਗੇ, ਜਿਹੜਾ ਤੇਰਾ ਚਾਅ ਹੈ ਨਾ ਉਹ ਵੀ ਤੈਨੂੰ ਪੂਰਾ ਕਰ ਦਿਆਂਗੇ। ਤੇ ਗੱਲ ਇਹ ਵੇ ਜਨਾਬ ਸਾਹਿਬ, YouTube ਚੈਨਲ ਖੋਲਿਆ ਤੇ ਆਪਣਾ ਸ਼ੁਰੂ ਕਰਨ ਲੱਗੇ ਨੇ ਰਾਣਾ ਸਾਹਿਬ। जबरदस्त, बहुत बहुत मुबारक हो जी। ਜਿਹੜੇ ਪੜ੍ਹੇ ਲਿਖੇ ਬੰਦੇ ਨੇ ਦੇਖੋ ਨਾ ਇਹਨਾਂ ਨੇ ਜਨਾਬ ਸਾਹਿਬ 35 ਸੱਟੇ ਹੀ ਮੁਖਾਲਫਤ ਸ਼ੁਰੂ ਕਰਤੀ ਹੈ। ਚੌਧਰੀ ਸਾਹਿਬ ਆਂਦੇ ਨੇ ਕਿ ਭਾਈ ਪਿੰਡ 'ਚ ਬੇਹਯਾਈ ਫੈਲੇਗੀ ਤੇ ਮੈਂ ਨਹੀਂ ਜੇ ਖੋਲਣ ਦੇਣਾ तो YouTube। इसलिए वेलकम कर रहा हूँ कि ऐसे ब्रिलियंट लोग, पढ़े लिखे माशाल्लाह, इल्मो दानिश का ਜਨਾਬ मंबा। ਸਾਹਿਬ ਐਡਾ ਸਮਝਦਾਰ ਬੰਦਾ ਤੁਸੀਂ ਵੇਖਣਾ ਹੁੰਦਾ ਕੀ ਚੈਨਲ ਤੇ ਬਿਲਕੁਲ। ਮਿਲੀਅਨਾਂ ਦੇ ਫਾਲੋ ਆਣੀ ਹੈ। ਜਨਾਬ ਸਾਹਿਬ ਅੱਲਾ ਦੀ ਰਹਿਮਤ ਨਾਲ ਪ੍ਰੋਗਰਾਮ ਤੇ ਵੱਖਰੇ ਕਰਦੇ ਹੀ ਰਹਿਣਗੇ। ਕਿਸ਼ੋਰ ਕੁਮਾਰ ਦੇ ਗਾਣੇ ਦੇ ਉੱਤੇ ਵੀਡੀਓ ਵੀ ਬਣਾਉਣ ਲੱਗੇ ਨੇ। ਬੜੀ ਸੋਹਣੀ ਐਕਟਿੰਗ ਕਰਦੇ ਜੀ। ਤੇ ਦੂਜਾ ਜਨਾਬ ਸਾਹਿਬ ਫਿਰ ਜਿਹੋ ਜਿਹਾ ਲਾਲ ਰੰਗ ਅਬ ਮੁਝੇ ਛੋੜੇਗਾ। रंग आपने लाल ही रखना है गाने में। ਆਹੋ ਜੀ, ਜੋ ਅਗਲੇ ਨੇ ਆਖੇ ਆ ਉਹ ਤੇ ਨਹੀਂ ਨਾ ਹੀ ਰਾਹ ਤੇ ਨਹੀਂ ਬਦਲ ਸਕਦੇ। ਜਿਹੜੇ ਸਾਹਿਬ ਇੱਕ ਦੋ ਵੀਡੀਓ ਵੇਖੀ ਇਹਨੇ ਲੱਗਦਾ ਸਾਇਆ ਫਿਰਨ ਦੇ ਹੈ। ਉਹ ਛੱਡ ਦੇ ਤੂੰ ਤੇ ਤੇਰਾ ਸਾਇਆ ਐਡਾ। ਅੱਛਾ ਪਹਿਲਾਂ ਚੈਨਲ ਖੋਲੀਏ ਜਾਂ ਇਹਨਾਂ ਨਾਲ ਨਿਬੜ ਲਈਏ? ਉਹ ਨਹੀਂ ਪੁੱਤਰ, ਅਸੀਂ ਪੁੱਤਰ ਸਾਨੂੰ ਕੰਮ ਕਰਨ ਦਿਓ, ਇਹਨਾਂ ਨੂੰ ਗੱਲਾਂ ਕਰਨ ਦਿਓ। ਠੀਕ ਹੈ। ਆਹ ਕੰਮ ਕਰਨਾ। ਤੇ ਜਨਾਬ ਜੀ ਗੱਲ ਇਹ ਵੇ ਕਿ ਆ ਜਿਹੜਾ ਖੋਲਣ ਲੱਗਣੇ ਚੈਨਲ, ਇਹ ਤੇ ਜਦੋਂ ਵੀਡੀਓ ਬਣ ਜਾਣਾ ਇਹੋ ਜਿਹੀਆਂ, ਤੁਹਾਨੂੰ ਪਤਾ, ਤੁਹਾਨੂੰ ਕਿਸੇ ਨਹੀਂ ਦੱਸਿਆ ਹੋਣਾ, ਪੂਰੇ 7 ਪਿੰਡਾਂ 'ਚ ਵਾਹਿਦ ਬੰਦਾ ਜੇ ਰਾਣਾ ਸਾਹਿਬ ਜਿਹੜਾ ਹੱਥ ਨਾਲ ਠੂਆਂ ਫੜ ਲੈਂਦਾ ਜੇ। अच्छा ਤੇ ਇਹਦੀ ਜਦੋਂ ਵੀਡੀਓ ਬਣਾ ਕੇ ਸੁੱਟੀ ਰਾਣਾ ਸਾਹਿਬ ਨੇ बहुत जबरदस्त। ਤੇ पूरी दुनिया में तहलका मच जाएगा। ਲਾਲਾ ਹੋ ਜਾਣੀ ਜੇ। ਮੈਂ ਨਾ ਕਿ ਚਾਚਾ ਇਹ ਤਾਂ ਤੇਰੀ ਦੁਆ ਹੋਣੀ ਚਾਹੀਦੀ ਹੈ। ਤੇ ਠੂਏ ਵਾਲਾ ਕੁਝ ਵੀ ਨਹੀਂ ਕੰਮ। ਜਦੋਂ ਮੈਂ ਕਮੀਜ਼ ਲਾ ਕੇ ਤੇ ਕੈਮਰੇ ਸਾਹਮਣੇ ਕੀਤਾ ਨਾ ਹਾਊ। ਹਾਂ ਤੇ ਹੁਣ ਰੱਬ ਜਾਣ ਜਾਏ, ਮੇਰਾ ਜਵਾਈ ਇਹਦੇ ਮੈਂ ਹਾਊ ਕੀਤਾ ਤੇ ਮੇਰਾ ਦਿਲ ਬਹਿ ਚੱਲਿਆ। ਇਹ ਗਰੀਬਾਂ ਦੀ ਹਾਊ ਪੈਣੀ ਹੈ ਤੁਹਾਨੂੰ। ਉਹ ਖਲੋਰਿਆ ਤੂੰ ਗਰੀਬਾਂ ਦੀ ਤੇ ਐਂਟਰਟੇਨ ਕਰਨਾ। हाँ वैसे जोसेफ, अगर ये राणा साहब आपके सिर्फ ठुआ पकड़ेंगे ना तो इतने लाइक्स नहीं आने। अगर ठुआ जवाबी डंग मारेगा ना तो फिर तो बल्ले बल्ले हो जाएगी। ਉਹਦੇ ਸਾਹ ਖੁਸ਼ਕ ਹੋਣੇ ਆ, ਡੰਗ ਉਹਨੇ ਕੀ ਮਾਰਨਾ। ਅੱਲਾ ਕੋਲੋਂ ਖੈਰ ਮੰਨੇ ਪੁੱਤਰ, ਅਸੀਂ ਡੰਗ ਮਾਰਨ ਵਾਲਾ ਠੂਆ ਕਾਸ਼ਟ ਹੀ ਨਹੀਂ ਕਰਨਾ। ਸਾਡੀ ਮੱਤ ਵੱਜੀ ਆਪਣੇ ਆਹੀ ਆਪਣਾ ਹੀਰੋ ਮਰਵਾ ਲਈਏ। ਉਹਦੇ ਬੱਲੇ ਸ਼ੁਰੂ ਹੋਣ ਲੱਗੀ ਤੇ ਲੈ ਫਿਰ ਸੁਣ ਲੈ ਨਿਆਮਤੁੱਲਾ, ਆਪਣੇ ਹੀਰੋ ਦੀ ਕਾਵਾਂ ਦੇ ਆਂਡੇ ਬਖਾਨ ਲੈ ਕੇ ਚੜਿਆ ਮੋਬਾਈਲ ਟਾਲੀ ਤੇ ਉਹਨਾਂ ਮਾਰ ਠੂੰਗੇ ਰਾਣਾ ਕੱਢਿਆ ਪਿੰਡੋਂ ਬਾਹਰ।
ਓਏ ਆਹ ਤੇ ਫਿਰ ਜਨੈਲ ਸਾਹਿਬ ਗੱਲ ਇਹ ਵੇ ਕਿ ਇਸ ਕੰਮ 'ਚ ਤਾਂ ਫਿਰ ਇਹ ਹੈ ਹੀ ਹੈ। ਕਾਵਾਂ ਕੱਢਿਆ ਕਿਸੇ ਬੰਦੇ ਕੱਢਿਆ ਪਿੰਡੋਂ ਤੇ ਫਿਰ ਗੱਲ ਕਰੋ। ਓਏ ਬੰਦੇ ਵੀ ਕੱਢ ਦੇਣਗੇ, ਲੋਕਾਂ ਦੀਆਂ ਪੈਲੀਆਂ ਖਰਾਬ ਕਰਤੀਆਂ ਵਿੱਚ ਵੜ ਕੇ ਤੂੰ। ਉਹ ਚਲੋ ਭਾਈ ਜੀ ਜਰਨਲਿਜ਼ਮ 'ਚ ਫਿਰ ਇਹ ਤੇ ਹੁੰਦਾ ਹੀ ਹੈ। जर्नलिज्म में पहलियां तो खराब होती हैं। 3 ਵਾਰੀ ਤੇ ਨਹਿਰ ਦੇ ਵਿੱਚ ਡਿੱਗਾ ਇੰਜ ਵੀਡੀਓ और यार हर बड़े आदमी के साथ ये वाकयात पेश आते हैं। बड़े बड़े अदाकार जो हैं वो नहरों में गिरते हैं, मीनारों से गिरते हैं, दीवारों से गिरते हैं, ये भी गिरेंगे। ਅੱਲਾਹ ਤੁਹਾਡੀ ਖੈਰ ਕਰੇ, ਅੱਲਾਹ ਖੈਰ ਕਰੇ ਤੁਹਾਡੀ। ਮੈਨੂੰ ਯਾਦ ਹੈ ਇੱਕ ਫਿਲਮ 'ਚ ਸੁਲਤਾਨ ਰਾਈ ਤੇ ਮੁਸਤਫਾ ਕੁਰੈਸ਼ੀ ਨੇ ਪੁਲ ਤੋਂ ਛਾਲ ਮਾਰੀ ਸੀ ਦਰਿਆ 'ਚ। ਕਿੱਡੇ ਨਾਂ ਨੇ ਉਹਨਾਂ ਦੇ ਅੱਜ। ਉਹ ਡੁਪਲੀਕੇਟ ਨਾ ਹੁੰਦੇ ਕੁਝ ਕਰਕੇ ਵਹਾਣਾ ਕਰਨਾ ਪੈਂਦਾ। ਸ਼ਕੀਲ ਸਿੱਦੀਕੀ ਸਾਹਿਬ ਨੇ ਛਾਲ ਮਾਰੀ, ਦੋਵੇਂ ਹੱਡੀਆਂ ਟੁੱਟ ਗਈਆਂ ਸੀ ਉਹਨਾਂ ਦੀਆਂ। ਨਹੀਂ ਉਹ ਤੇ ਖੈਰ ਸ਼ਕੀਲ ਸਿੱਦੀਕੀ ਮਜ਼ਾਈਆ ਬੰਦਾ, ਉਹਨੂੰ ਕਿਹਨੇ ਕਿਹਾ ਐਕਸ਼ਨ ਕਰ। ਪੁੱਤਰ ਜਿਹੜਾ ਹੁੰਦਾ ਨਾ ਮਜ਼ਾਈਆ ਫਨਕਾਰ, ਉਹਨੂੰ ਐਕਸ਼ਨ ਨਹੀਂ ਕਰਨਾ ਚਾਹੀਦਾ। ਉਹ ਜੁਗਤਾਂ ਕਰ ਕਰਕੇ ਸੌਫਟ ਹੋ ਗਿਆ ਹੁੰਦਾ। ਅੱਲਾਹ ਨਾਲ ਜ਼ਿੰਦਗੀ ਦੇਵੇ, ਦੋਵੇਂ ਹੱਡੀਆਂ ਟੁੱਟ ਗਈਆਂ ਸੀ। ਅੱਲਾਹ ਖੈਰ ਕਰੇ। ਬਾਊ ਜਨੇਦ ਧੋਖਾ ਦੇ ਰਿਹਾ YouTube ਦੇ ਜਰੀਏ ਪਬਲਿਕ ਨੂੰ। ਆ ਕਣਕਾਂ ਨਹੀਂ ਵੱਡੀਆਂ, ਉਹਨਾਂ ਦੇ ਟਾਂਡਿਆਂ ਨੂੰ ਅੱਗ ਲਾ ਕੇ ਕਹਿੰਦਾ ਦੇਖੋ ਨਾਜ਼ਰੀਨ ਹਮ ਇਸ ਵਕਤ ਜਲਤੀ ਹੁਈ ਆਤਸ਼ ਪਛਾ ਕੇ ਉੱਪਰ ਖੜੇ हैं। ਓਏ ਛੱਡ ਦਿਓ ਇਹੋ ਜੀਆਂ ਗੱਲਾਂ ਤੇ ਫਿਰ ਕਰਨੀਆਂ ਪੈਂਦੀਆਂ ਨੇ ਜਰਨਲਿਜ਼ਮ 'ਚ। ਅੱਗੇ ਤੇ ਅਸੀਂ ਤੇ ਉੱਪਰ ਹੀ ਆ। ਤੇ ਜਨੈਲ ਸਾਹਿਬ ਵੀਡੀਓ ਇਹੋ ਜੀ ਬਣਾ ਕੇ ਛੱਡਣੀ ਹੈ। ਤੁਹਾਨੂੰ ਰੱਬ ਜਾਣਦਾ ਢੋਲ ਦੀ ਰੱਸੀ ਮੂੰਹ 'ਚ ਨੱਪ ਕੇ ਤੇ ਇਹੋ ਜੀ ਚੱਕਰੀ ਲੈਂਦੇ ਜੇ। ਇਹ ਤੂੰ ਹਾਲੇ ਰਾਣੇ ਨੂੰ ਵੇਖਿਆ ਨਹੀਂ ਚੰਗੀ ਤਰ੍ਹਾਂ। ਇਹ ਤਾਂ ਰਾਣਾ ਆਉਂਦਾ ਇੱਥੇ ਆਪਣੇ ਸਿਆਪਿਆਂ 'ਚ। ਰੱਬ ਜਾਣਦਾ ਜੇ ਨਾ ਕਦੀ ਜਾਲ ਵਰਤਿਆ ਨਾ ਕਦੀ ਕੁੰਡੀ, ਹੱਥ ਨਾਲ ਡੌਲਾ ਫੜਦਾ ਜੇ। जबरदस्त। ਇਹੋ ਜੀ ਗਿੱਚੀ ਤੋਂ ਫੜਦਾ ਡੌਲਾ ਹਿਲ। ਜਨੈਲ ਸਾਹਿਬ ਡੌਲਾ ਉਹ ਚੀਜ਼ ਹੈ ਜਿਹੜਾ ਹਾਂਡੀ 'ਚ ਵੀ ਹਿਲ ਜਾਂਦਾ। ਪੱਕਦਾ ਵੀ ਲਿਆ ਕਈ ਵਾਰੀ। ਹਾਂ ਵੇਖੇ ਇੰਜ ਫੜ ਕੇ ਨਾ ਬਾਊ ਜੀ ਡੋਲਾ ਤੇ ਮੈਂ ਇੰਜ ਸੁੱਟਣਾ, ਫਿਰ ਛੱਪੜ 'ਚ ਡਿੱਗਦਾ, ਫਿਰ ਫੜਨਾ ਤੂੰ। ਇਹ ਬਾਤ ਹੋਈ ਨਾ। ਆ ਦੂਸਰ ਡੋਲੇ ਤੇ ਕੋਈ ਨਹੀਂ ਜੀ ਮਾਰਦਾ। ਤੇ ਰੱਬ ਜਾਣਦਾ ਨੇ ਡੌਲਾ ਫੜਨ ਨੂੰ ਵੀ ਛੱਡੋ ਤੇ ਉਤਾਂ ਸੁੱਟਣ ਨੂੰ ਵੀ ਛੱਡੋ। ਛੱਪੜ 'ਚ ਖਲੋਤਾ ਜਿੰਨਾ ਜੱਚਦਾ ਰਾਣਾ, ਇਹ ਕੋਈ ਹੋਰ ਐਕਟਰ ਨਹੀਂ ਜੱਚਣਾ ਅੱਲਾ ਦੀ ਰਹਿਮਤ ਨਾਲ। ਪੈਸੇ ਦੀ ਲਾਲਚ ਨਹੀਂ ਸਾਨੂੰ, ਪੈਸੇ ਦੀ ਲਾਲਚ ਨਹੀਂ। 1500-1600 ਰੁਪਇਆ ਮੇਰੀ ਜੇਬ 'ਚ ਹੋਣ ਵੀ। ਮੈਂ ਆਪਣੇ ਚਾਚੇ ਦੇ ਪਿੰਡ ਦਾ ਨਾਂ ਰੋਸ਼ਨ ਕਰਨਾ ਚੈਨਲ ਬਣਾ ਕੇ। ਕਿਹੜਾ ਨਾਂ ਰੋਸ਼ਨ ਕਰਨਾ? ਲੈ ਜਿੱਦਿਆ ਬੱਚਿਆਂ ਨੂੰ ਕਹ ਸਬਸਕ੍ਰਾਈਬ ਕਹਿ ਕੇ ਵਿਖਾ ਦੇ। क्या ਮੇਰਾ ਚੈਨਲ ਸਬਸਕ੍ਰਾਈਬ ਕਰੇ ਇਹ ਕਹਿ ਕੇ ਵਿਖਾ ਦੇ। ਮੇਰਾ ਚੈਨਲ ਸਬਸਕ੍ਰਾਈਬ ਕਰੋ। ਕੀ ਜੀ ਮੈਂ ਅੱਲਾ ਤੇਰੀ ਖੈਰ ਕਰੇ। ਹੁਣ ਦੱਸ ਹੁਣ ਬੋਲਦਾ ਨਹੀਂ ਹੁਣ ਅੱਗੋਂ। ਕਿਹਾ ਹੀ ਨਹੀਂ ਸਹੀ ਉਹ ਕਰਦਾ ਨਹੀਂ, ਸਬਸਕ੍ਰਾਈਬ ਨਹੀਂ ਕਰਦਾ ਚੌਧਰੀ। ਸਕ੍ਰੈਪ ਕਰਾਇਆ ਕਿ ਨਹੀਂ ਫਿਰ ਉਹਨੇ? ਸਬਸਕ੍ਰਾਈਬ। और यार वो कह रहे हैं कि सब सब्सक्राइब करें। एक ही बात है ना, सारे सब्सक्राइब करें, वो ये कह रहे हैं। बिल्कुल ठीक है, बिल्कुल ठीक है। ਨਹੀਂ ਜਨੈਲ ਸਾਹਿਬ ਦੁਨੀਆ ਸੜਦੀ। ਮੈਂ ਤੁਹਾਡੇ ਵਾਲੇ ਕੰਮ 'ਚ ਆਉਣ ਲੱਗਾ, ਦੁਨੀਆ ਸੜਦੀ ਆ। 2-3 ਕੋਟ ਪੈਂਟ ਦੇਣੇ ਮੈਨੂੰ। हाँ ले लीजिए। और राणा साहब ने ये नहीं कहना कि घंटी का बटन दबाएं। राणा साहब ने कहना थोड़ा सा ढोल बजाएं। ਹਾਂ ਨਹੀਂ ਜਨੈਲ ਸਾਹਿਬ ਗੱਲ ਪਰਤਾਓ ਨਾ। ਜਿਹੜੀ ਸੂਟਾਂ ਵਾਲੀ ਗੱਲ ਕੀਤੀ ਹੈ ਨਾ ਰਾਣਾ ਸਾਹਿਬ ਨੇ, ਇਹ 2-3 ਸੂਟ ਜ਼ਰੂਰ ਦੇਣੇ ਜੇ। और इनका साइज मैच नहीं करेगा। ਉਹਨੇ ਕੋਈ ਗੱਲ ਨਹੀਂ, ਜੋ ਥੋੜਾ ਬਹੁਤਾ ਇਹ ਵੀ ਅੱਗੇ ਮੇਜ਼ ਧਰ ਲੈਣਗੇ। ਕਿਹੜਾ ਪਤਾ ਲੱਗਦਾ ਖੁੱਲਾ ਇਹ ਟਾਂਗੇ। ਆਪਣਾ ਚੈਨਲ ਹੈ, ਉਹਦੇ ਅਸੀਂ ਕਿਹੜਾ ਰੱਬ ਦੀ ਰਹਿਮਤ ਨਾਲ ਸੂਟ ਨਵੇਂ ਵੀ ਸਵਾ ਸਕਦੇ ਨੇ, ਮਗਰ ਆਦਤ ਨਹੀਂ ਨਾ, ਹਮੇਸ਼ਾ ਲੱਥੇ ਹੀ ਪਾਏ ਨੇ ਨਾ। ਨਿੱਘਾ ਹੁੰਦਾ ਸੂਟ ਲੱਥਾ ਨਿੱਘਾ। ਰਜ਼ਾਈ ਚੋਂ ਨਿਕਲਿਆ ਬੰਦਾ ਨਿੱਗੀ ਕਰਕੇ ਜਾਂਦਾ ਨਾ। मुझे बता रहे थे राणा साहब कि जब भी इन्होंने नया सूट पहना इनको काफी दिन एलर्जी रही। ਐਲਰਜੀ ਜਾਂ ਐਲਰਜੀ ਹੋਈ ਸੀ ਚਾਚਾ, ਜਾਂ ਨਜ਼ਰ ਲੱਗ ਜਾਂਦੀ ਨਜ਼ਰ ਲੱਗ ਜਾਂਦੀ ਹੈ। ਅਸਲ 'ਚ ਹੋਰ ਕੋਈ ਗੱਲ ਨਹੀਂ। ਤੇ ਚੈਨਲ ਦਾ ਨਾਮ ਰੱਖਿਆ ਛੂਈ ਮੂਈ। ਉਹ ਦਫਾ ਤੂੰ ਛੂਈ ਮੂਈ ਹੌਕਾ ਟੀਵੀ। ਅੱਲਾ ਦੀ ਰਹਿਮਤ ਨਾਲ ਦੇਖਣਾ ਕਿਵੇਂ ਲਾਲਾ ਹੋ ਜਾਣੀ ਹੈ। ਹੌਕਾ ਟੀਵੀ ਜਨੈਲ ਸਾਹਿਬ ਖੋਲਿਆ ਤੇ ਚੁੱਕੇ ਆਂਦੇ ਨੇ ਫਸ ਗਈ ਜਾਨ ਸ਼ਿਕੰਜੇ ਅੰਦਰ। ਜਨੈਲ ਸਾਹਿਬ ਰਾਣਾ ਸਾਹਿਬ ਨੇ ਨਾਂ ਤਾਂ ਰੱਖਿਆ, ਜਰਾ ਨਾਂ ਨੂੰ ਕਲੀਅਰ ਕਰ ਦਈਏ। ਹੌਕਾ ਟੀਵੀ ਉਹਨਾਂ ਬੜਾ ਗਰੀਬਾਂ ਵਾਸਤੇ, ਮਸਕੀਨ ਲੋਕਾਂ ਵਾਸਤੇ ਟੀਵੀ ਬਣਾਇਆ। ਪਿੰਡ 'ਚ ਬਹੁਤੇ ਰਹਿੰਦੇ ਤੇ ਮਸਕੀਨ ਹੀ ਨਾ, ਇਹ ਵਿਚਾਰੇ ਕਦੋਂ ਮਰੱਬਿਆਂ ਦੇ ਮਾਲਕ ਨੇ। ਕਿੱਲਾ 2 ਕਿੱਲੇ ਭਾਵੇਂ ਇਹਨਾਂ ਦੀ। ਤੇ ਮੈਂ ਆਂਦੇ ਨੇ ਜੀ ਨਾ ਇਹਦਾ ਹੌਕਾ ਟੀਵੀ ਹੋਣਾ ਚਾਹੀਦਾ। ਇਹ ਰਾਣਾ ਸਾਹਿਬ ਨੇ ਨਾਂ ਬੜਾ ਸੋਚ ਕੇ ਰੱਖਿਆ। सेल्फ एक्सप्लेनेटरी नाम, मैं खुद सब कुछ बता रहा हूँ। हौका यानी लोगों के गरीब आवाम के जो दुख दर्द हैं वो बताएंगे। ਅੱਲਾ ਤੁਹਾਡੀ ਖੈਰ ਕਰੇ। ਦੇਖੋ ਯਾਰ ਤੇਰੇ ਜਰਨਲਿਸਟ ਪੇਟੀ ਭਰਾ ਨੇ ਨਾ ਤੇ ਤੈਨੂੰ ਸਮਝਣ ਲੱਗ ਪੈਣੇ ਹੌਲੀ ਹੌਲੀ। ਬਿਲਕੁਲ ਸੂਟ ਫਿਰ ਪੱਕੇ ਜੇ। ਹਾਂ ਬਾਊ ਜਨੇਦ ਕਿਹੜਾ ਚੈਨਲ ਹੈ? ਪਿੰਡ 'ਚ ਬਿਜਲੀ ਨਾ ਆਵੇ ਤੇ ਇਹਦਾ ਚੈਨਲ ਚਾਰਜ ਹੀ ਨਹੀਂ ਹੁੰਦਾ।
ਉਹ ਉਹ ਨਹੀਂ ਚੱਲ ਯਾਰ, ਤੇ ਇਹ ਤੂੰ ਤਾਂ ਕਿਹੜਾ ਚੱਲਦਾ है। ਚੌਰੀ ਹੈ, ਡਾਕਾ ਪੈ ਜਾਏ ਤਾਂ ਤੂੰ ਹੁੱਕੇ ਦੀ ਨੜੀ 'ਚ ਵੜ ਜਾਂਦਾ। ये ना हो, लेकिन बात तो उनकी ठीक है, टांगे से नीचे उतरे नीचे गिर जाइएगा, वो चैनल थल्ले टेक के टूट गया है। ਨਹੀਂ ਜੁਨੈਦ ਸਾਹਿਬ ਏਡੀ ਗੱਲ ਕੋਈ ਨਹੀਂ, ਉਹ ਰਾਣਾ ਸਾਹਿਬ ਨੇ ਬੰਦੋਬਸਤ ਕਰ ਲਏ ਆ, ਅਖਬਾਰ 'ਚ ਲਪੇਟ ਕੇ ਜੇਬ 'ਚ ਰੱਖ ਦੇ। ਜੋ ਮਰਜ਼ੀ ਡਿੱਗੇ ਬੰਦਾ ਕਿਸੇ ਨਜ਼ਰਾਂ 'ਚ ਨਾ ਡਿੱਗੇ। वाह यार वाह, देखे सही जर्नलिस्टों वाली बात कर रहे हाँ, देखिए। हैं, जिथों मर्जी डिगे पर किसी दी नजर तो ना ਕਿਉਂ डिगे। ਜੀ वाह यार वाह। ਤੁਹਾਨੂੰ ਆਖਿਆ ਸੀ ਨਾ, ਤੁਹਾਡੀ ਜਰਨਲਿਜ਼ਮ ਦਾ ਮੁੱਲ ਪਾਣਾ ਜਰਨਲਿਸਟ ਹੀ ਨਹੀਂ ਹੈ। ਅੱਧਾ ਕਿਤੇ ਸਮਝ ਗਏ ਮੈਨੂੰ। ਨਾ ਕੋਈ ਚੱਜ ਦਾ ਤੁਹਾਡੇ ਕੋਲ ਐਂਕਰ ਹੈ, ਕਾਮਰਾਨ ਸ਼ਾਹਦ ਵਰਗਾ ਐਂਕਰ ਲਿਆਓਗੇ। ਉਹ ਛੱਡ ਦੇ ਤੂੰ, ਆ 4 ਦਿਨ ਲਾ ਲੈਂਦੇ। ਕਾਮਰਾਨ ਸ਼ਾਹਦ ਨੂੰ ਨਾ ਘਟਿਆ ਮੇਰੇ ਰਾਣੇ ਨੇ ਤੇ ਤਾਂ ਗਈ। ਕਾਮਰਾਨ ਸ਼ਾਹਦ ਵੀ ਐਵੇਂ ਪਲਸੇਟੇ ਹੀ ਮਾਰਨ ਡਿਆ ਹੁੰਦਾ। ਉਹ ਵੀ ਬੰਦੇ ਲੜਾਉਣ ਡਿਆ ਤੇ ਅਸੀਂ ਵੀ ਲੜਾ ਲਾਂਗੇ, ਏਡੀ ਕਿਹੜੀ ਗੱਲ ਏ। ਹਾਂ ਉਹ ਜਦੋਂ ਲੜ ਪੈਂਦੇ ਨੇ ਨਾ ਬੰਦੇ ਬੈਠੇ ਪ੍ਰੋਗਰਾਮ 'ਚ, ਤੇ ਫਿਰ ਕਾਮਰਾਨ ਸ਼ਾਹਦ ਮੂੰਹ ਬੰਦ ਕਰਕੇ ਹੱਸਦਾ ਵੀ ਏ। ਇਹ ਸਾਰਾ ਕੁਝ ਨੋਟ ਕਰ ਲਿਆ ਰਾਣੇ ਮੇਰੇ ਨੇ। ਇਹਨਾਂ ਕਾ ਫਿਕਰ ਹੀ ਨਾ ਕਰ ਚਾਚਾ, ਤੂੰ ਵੇ ਮੈਂ ਕਰਦਾ ਕੀ। ਹਾਂ ਕਦੀ ਕਦੀ ਸ਼ਾਇਦ ਕਾਮਰਾਨ ਸਾਹਿਬ ਮੂੰਹ ਅੱਗੇ ਪੈਨਸਲ ਰੱਖ ਕੇ ਵੀ ਹੱਸਦੇ ਆ। ਮੈਂ ਵੇਖ ਰਿਹਾ ਸਾਰਾ ਸਾਰਾ ਕੁਝ ਲੋਡ ਤੇ ਕਰ ਲਿਆ। ਤੇ ਹੁਣ ਗੱਲ ਇਹ ਵੇ, आप भी बॉल पेन पकड़ के प्रोग्राम करेंगे या उसकी जगह मुसवाक पकड़ेंगे? ਨਹੀਂ ਜੀ ਪੈਨ ਫੜਾਂਗੇ ਜੀ, ਫਿਰ ਜੇ ਚੈਨਲ ਹੋਵੇ ਤੇ ਫਿਰ ਪੈਨਾਂ ਦਾ ਹੀ ਕੰਮ ਹੈ ਜੀ। बस यही पूछना था। ਜਨੇਦ ਨਾ ਬੱਚਿਆ ਯਾਦ ਕਰਾਤਾ ਨੇ, ਜਾਂਦੀਆਂ ਪੈਨ ਲੈ ਕੇ ਜਾਣਾ ਜੀ। ਇਹ ਨਾ ਹੋਵੇ ਪੈਨ ਨਾਲ ਲਈਏ ਰਾਜ ਤੇ ਪ੍ਰੋਗਰਾਮ ਚੱਲੇ ਹੀ ਨਾ। नाज़रीन यहाँ में लेना, बल्कि ब्रेक भी राणा साहब ही ले लें आज। ਲਓ ਜੀ ਰਾਣਾ ਜੀ, ਬਿਸਮਿਲ੍ਲਾ ਕਰੋ ਫਿਰ। ਨਾਜ਼ਰੀਨ ਮਿਹਰਬਾਨੀ ਤੁਹਾਡੀ, ਕਿਤੇ ਜਾਣਾ ਨਾ। ਰਾਣੇ ਨੇ ਚੈਨਲ ਖੋਲਿਆ ਤੇ 5 ਮਿੰਟ ਦਾ ਵਕਫਾ ਮਿਲ ਲਿਆ ਬ੍ਰੇਕ ਦੇ ਬਾਅਦ। बस इतनी बात थी। ਪੁੱਤਰ ਨਾਲ ਆਖੀ ਦੇ ਅੱਲਾ ਤੁਹਾਨੂੰ ਬੜਾ ਦੇਗਾ, ਜਾਣਾ ਨਾ ਕਿਤੇ। ਅੱਲਾਹ ਤੁਹਾਨੂੰ ਬੜਾ ਦੇਗਾ, ਜਾਣਾ ਨਾ ਅੱਲਾਹ ਜਿਹਨੂੰ ਵੀ ਦੇਗਾ ਉਹਨੇ ਸਾਨੂੰ ਦੇਣਾ ਹੈ। कोई फिक्र करने की जरूरत नहीं, ये गलत बात है। हमारे यहाँ फैमिली वैल्यूज बहुत तेजी के साथ टूट रही हैं। आज खानदान का आलमी दिन मनाया जा रहा है, वर्ल्ड फैमिली डे पूरी दुनिया में मनाया जा रहा है। अच्छा, मैं इस ज़मन में सिर्फ इतना अर्ज करना चाहता हूँ कि हमारे जहनों में जब भी फैमिली डे की बात की जाती है या फैमिली वैल्यूज़ की बात की जाती है, तो हमारे जहन में लामहाला जॉइंट फैमिली सिस्टम का तस्वर आता है जी, कि हम शायद जॉइंट फैमिली सिस्टम की बात कर रहे हैं। हालांकि हम कई दफ़ा इस बात की वजाहत कर चुके हैं कि जॉइंट फैमिली सिस्टम में रहना या ना रहना ये आपकी अपनी चॉइस हो सकती है। उसके हक में भी दलाइल दिए जा सकते हैं, उसकी मुखालफत में भी बात की जा सकती है। जब एक शौहर जो है वो कमाने लगता है और वो अफोर्ड कर सकता है कि वो अलग घर में रहे, तो अलग घर में रहने में कोई मज़ायका नहीं है। और इसको मोहब्बत का मयार भी नहीं बनाना चाहिए, उसको लड़ाई का मयार भी नहीं बनाना चाहिए कि इस बुनियाद पे आप उस मियाँ बीवी को अपने आप से दूर कर दें कि ना ये अलग घर में रहना शुरू कर दिया। तो ये दो अलग अलग चीज़ें हैं। फैमिली और चीज़ है, जॉइंट फैमिली सिस्टम बिल्कुल और चीज़ है। अच्छा, दुनिया इस वक्त जो है ना वो फैमिली वैल्यूज़ के हवाले से बहुत परेशान जी। हम पे अल्लाह का शुक्र है कि हम इस हवाले से महफूज मुल्कों में हमारा शुमार होता है, लेकिन बहरहाल हम फिर भी बहुत सारी गलत फहमियों का भी शिकार है कि हम दुनिया के कई मुल्कों की निस्बत, जैसे मैंने अर्ज़ किया, महफूज तो हैं, लेकिन वो जो कहते हैं ना कि सत्ता ही खैरान है, कोई फिक्र लायक नहीं है, कोई फिक्र करने की जरूरत नहीं, ये गलत बात है। हमारे यहाँ फैमिली वैल्यूज बहुत तेजी के साथ टूट रही हैं, हमें उनकी फिक्र करनी चाहिए। मैं फिर बार बार कह रहा हूँ, नॉट जॉइंट फैमिली सिस्टम, फैमिली यानी एक घर में मियाँ बीवी बच्चे माँ बाप, ठीक है। हालांकि अक़वाम मुत्तहिदा जो फैमिली की तारीफ करता है उसमें तो वालिदैन भी नहीं है, उसमें तो मियाँ बीवी बच्चे हैं, वही एक फैमिली है, वो उसी की फिक्र की बात करता है। जो माँ बाप हैं या बहन भाई हैं, उनका आप बिल्कुल ठीक कह रहे हो, ये जरूरी नहीं कि इकट्ठे ही रह रहे हो, मगर फैमिली सिस्टम का मतलब ये है कि वो जहां जहां भी रह रहे हैं उनके साथ आपका ताल्लुक कायम रहे, आप उनके साथ मिलते जुलते रहें। ये ना हो कि उदो ही जाओ अल्लाह ना करे जो फौतगी दा सद्दा, यानी अलग अलग रह के भी जॉइंट फैमिली सिस्टम ही बनाया जा सकता है। मेरे कहने का ये मतलब है कि अलग अलग रह रहे हैं, लेकिन फिर भी हम फख्र के साथ कहें कि हम जॉइंट फैमिली सिस्टम यार ऐसे प्यारे लोग हैं। हमारे एक दोस्त हैं कलीम भाई, वसीम भाई, वो मतलब तीन भाई हैं, एक दुबई में होते हैं,
آپ یقین مانیں کہ میں حیران ہوتا ہوں ان کی محبت اور ان کا یہی خاندانی جو ایک نظام ہے کہ وہ کہتے ہیں جی کہ ہم لوگ ہر ہفتے لازمن سارے اکٹھے ہوتے ہیں، لازمن کوئی اس میں کوئی بیمار ہے تو وہ جا کے ادھر پڑے لیٹ جائے، جانا اس نے ضرور، یہ نہیں وہ کہہ سکتا یار میری طبیعت نہیں ٹھیک آپ جائیں نا۔ اچھا ایک اور بات اس حوالے سے کہ یہ جو ٹیکنالوجی ہے اس نے ایک خاندان کے اندر دیواریں بھی پیدا کر دیں۔ اکثر ہم جس کا ذکر کرتے ہیں کہ بچے اپنے اپنے موبائل لے کے بیٹھے ہو، اس کا مطلب ہے کہ آپ ساتھ ساتھ ہی بیٹھے ہوئے ہیں، دو مختلف کرسیوں پہ بیٹھے ہوئے ہیں ایک ہی کمرے میں، اس کا مطلب ہے جب دونوں نے موبائل پکڑا ہوا ہے تو وہ دو الگ الگ کمروں میں رہ رہے ہیں، ان کو ایک دوسرے کی کوئی ہوش نہیں ہے، بات نہیں کرتے، اور آہستہ آہستہ بات کرنے کے جتنے بھی مواقع ہیں وہ کم سے کم تر ہوتے چلے جا رہے ہیں۔ پہلے کھانے کے وقت ضرور اکٹھے ہوتے تھے، گمشد چلی گئی، بات ختم ہو گئی، کھانے اکٹھے نہیں کھاتے، اپنے اپنے کمروں میں کھاتے ہیں، الگ الگ کھاتے ہیں، پھر ایک ہوئی کھانے کی ہر چیز نا جتنے بھی ہم اکٹھے ہونے کے بہانے تھے ختم کرتے جا رہے ہیں۔ بزرگوں کی موجودگی میں بیٹھتے تھے، بزرگوں سے کوئی روایتیں سنتے تھے، بات سنتے تھے، ختم ہو گئی۔ ٹی وی اکٹھا دیکھنا ختم ہو گیا یار، ٹی وی اب اپنے موبائل پہ دیکھتے ہیں لوگ۔ ہاں جی نہیں بلکہ ٹی وی لا کے تو اگے بیٹھ کے موبائل میں کھڑے اور آپ کی بات ٹھیک ہے کہ دو بھرا اکٹھے بیٹھے ہوئے ہیں، ساتھ ساتھ بیٹھے ہوئے ہیں، دونوں نے اپنا اپنا موبائل پکڑا ہوا ہے، ایک سپ والی گیم کھیل رہی ہے، دوجا کسی کڑی واسطے سپ بنے کیا۔ عزیزی بھائی جان ایک گھر میں رہ کے کئی ہفتے نہیں ملتے، ایک آسٹریلیا کھول کے بیٹھا ہے، ایک امریکہ کھول کے بیٹھا ہے، ادھر ایک ادھر۔ جیسے ہم یہ رونا رو رہے ہیں کہ ٹیکنالوجی نے فیملیز کے اندر فاصلے پیدا کر دیے ہیں، حالانکہ اسی ٹیکنالوجی کو فیملیز کو قریب لانے میں بھی آپ رول پلے کر سکتے ہیں، اس ٹیکنالوجی کا استعمال کر سکتے ہیں۔ اکثر لوگوں نے اپنی فیملیز کے واٹس ایپ گروپس بنائے ہیں، تو یار چھوٹی چھوٹی باتیں آپ ضروری نہیں ہے کہ آپ فارورڈڈ میسج ہی اس میں آپ بھیجتے جاؤ، آپ اپنے جذبات کا اظہار اپنے بہن بھائیوں کے لیے، اپنے جو آپ کے ساتھ نہیں رہ رہے ان کے لیے کیوں نہیں کر سکتے؟ ہمیں اس بات کو سمجھنے کی ضرورت ہے بنیادی طور پہ، اور میرا خیال ہے کہ یہ دن اگر اقوام متحدہ منا رہا ہے تو سو منائے۔ ہمیں اس حوالے سے اس بات کی ضرورت ہے کہ ہم ان رشتوں کی طاقت کو سمجھیں۔ اب دیکھیں افسوس کی بات پتہ کیا ہے کہ ہمارے ہاں الیکٹرانک میڈیا نے کوئی بہت زیادہ مثبت رول پلے نہیں کیا۔ ایک اندازہ یہ ہے کہ جو فیملی پہ بننے والے ڈرامے ہیں ان میں سے 90% ڈرامے ایسے ہیں جن میں کہانی کا موضوع جو ہے وہ خاندانی سازشیں ہیں، ساس بہو نند ان کے جھگڑے ہیں، ایک دوسرے کو ان کا دشمن بنایا جاتا ہے، مارنے تک جاتے ہیں۔ ہاں خواتین کو خاص طور پہ ایک دوسرے کا ویری بنا دیا گیا، اور یہی ایک موضوع ہے، اور اچھا انٹرسٹ کے ساتھ دیکھے جاتے ہیں۔ اگر کبھی آپ غور کریں تو وہ ڈرامے زیادہ پاپولر ہوئے ہیں جس میں فیملی ممبرز کو جوڑنے کی بات کی گئی ہے، والدین کی عزت کی بات کی گئی ہے، اور ایک دوسرے کا دکھ درد محسوس کیا گیا ہے، وہ ڈرامے جو ہیں وہ زیادہ پاپولر ہوئے ہیں۔ یہ ضروری نہیں ہے کہ آپ ایک دوسرے کے مخالف شو کر کے آپ ریٹنگ لیں۔ باؤ جی فیملی کٹھی کرنے کا ایک ہی طریقہ ہے، بس فون کر کے کہہ دیں کہ کل شام کا کھانا ہم سب کٹھے کھائیں گے۔ ان کا جینا مرنا پہننا اتارنا کھانا ہی ہے بس۔ نہیں میں نے کہا آگے سے جواب بھی یہی آ جائے کہ ہم تمہاری طرف آ رہے ہیں تو ہماری طرف راستے میں نے کہیں مل لے۔ حدیث شریف ہے صحیح بخاری کی کہ تم میں سے ہر ایک نگہبان ہے اور تم میں سے ہر ایک سے خاندان کے بارے میں پوچھا جائے گا۔ اب یہ دیکھیں کتنی اہمیت ہے کہ ہماری بنیادی ذمہ داریوں میں شامل کر، اور یہ صرف ہیڈ آف دا فیملی سے نہیں ہے، اس سے مراد ہیڈ آف دا فیملی سے نہیں پوچھا ہے، نگہبان جو ہے میں بھی اپنی فیملی کا نگہبان ہوں، میرا جو بیٹا ہے وہ بھی فیملی کا نگہبان ہے، بیگم بھی فیملی کی نگہبان ہے، ہم میں سے سارے جو ہیں وہ فیملی کے نگہبان ہیں۔ سیریس لینا چاہیے، بڑی چھوٹی زندگیاں ہیں، ان کو جو وقت رب نے دیا ہوا ہے اس سے جڑ کے گزارنا۔ اور یہ جو کہتے ہیں نا کہ جی ہم ٹھیک ہے، میں بار بار یہ بات کہتا ہوں کہ جوائنٹ فیملی سسٹم سے علیحدگی کوئی گناہ نہیں ہے، لیکن ان لوگوں سے پوچھ کے دیکھیں جب وہ بیمار ہوتے ہیں تو کوئی پوچھنے والا، جو پردیس میں رہتے ہیں، جو علیحدگی کا تنہائی کا شکار ہیں، جب ان کو بہن بھائی یاد آتے ہیں، جب ان کو والدین یاد آتے ہیں اور ان کے قریبی عزیز دوست رشتہ دار یاد آتے ہیں، ان سے پوچھ کے دیکھیں کہ فیملی ہوتی کیا ہے۔ پھر ہم جب یہ اپنی فیملی کے بارے میں، فیملی سسٹم کے بارے میں پریشانی کا اظہار کرتے ہیں تو بلا وجہ نہیں کرتے،
فیکٹس کی بنیاد پہ کرتے ہیں. یعنی اس معاشرے کے بارے میں آج سے چند سال پہلے کوئی کہہ سکتا تھا کہ یہاں ہونے والی ہر 9ویں شادی جو ہے 9th جو شادی ہے وہ ناکامی پر پہلے سال ہی منتج ہو جاتی ہے, پہلے سال ہی ختم ہو جاتی ہے. اس لاہور شہر میں بھائی جان 2 سالوں کے دوران 800 نوجوانوں کی گمشدگیوں کی رپورٹ درج ہوئی ہے, جن میں سے اکثریت کے بارے میں فوری تحقیق کے بعد پتہ چلا کہ وہ خود ماں باپ کو چھوڑ کے چلے گئے. اللہ اکبر. کس بات پہ ہم اطمینان کا اظہار کر رہے ہیں کہ جناب ہمارا فیملی سسٹم بہت مضبوط ہے. لالچ نے مار دی. ناظرین یہاں میں لینا ایک چھوٹا سا وقفہ, ہمارے ساتھ رہیے گا. کچھ لوگ کہہ رہے ہیں کہ جیلن والے جلسے میں آپ کے لوگوں نے پیسے لے کر لوگوں کو سٹیج پر بٹھایا. اسی سونے نہیں سکتے. ایک منٹ غوری صاحب, پیسے لے کے کیوں بٹھانا ہے؟ سامنے دم مستم لگی ہوئی تھی. ناظرین آج ایک بار پھر ہمارے ساتھ موجود ہیں سابق وزیر اطلاعات و نشریات محترم جناب فواد چودھری صاحب. بہت شکریہ جنید صاحب. اگر ہم اپوزیشن میں آ گئے ہیں تو پھر کیا ہوا, آپ تعارف تو پورا کروایا کریں. جناب صرف سابق وزیر اطلاعات و نشریات نہیں, سابق وزیر سائنس و ٹیکنالوجی, سابق وزیر قانون. وزیر قانون تو آپ بالکل جاتے جاتے آخری دموں پہ 2-3 گھنٹے کے لیے رہے ہوں گے. یار بے شک آدھے گھنٹے کے لیے بنا تو ہوں نا. ویسے جو سب 2-3 گھنٹے واسطے موٹر سائیکل لی تھی کرائے تھے. مگر میں وزیر کرائے پہ نہیں بنا تھا, پکا بنا تھا. گورنمنٹ نہیں پکی رہی تو علیحدہ بات ہے, مگر میں تو پکا وزیر بنا تھا. تو جنید صاحب میں آپ کو بھی یہ خوشخبری سنانا چاہتا ہوں کہ یہ جو موجودہ حکومت ہے یہ 2 ہفتے کی مہمان ہے, اس لیے انہوں نے 2 ہفتے میں جو کچھ کرنا ہے کر لیں. اچھا 2 ہفتے بعد ان کے نام کے ساتھ بھی سابق لگ جائے گا. جی یہ اب چل رہا ہے جنید صاحب, اب سب کے نام کے ساتھ سابق لگ گئے. اب اگر ہمارے ساتھ لگ گیا نا تو ہم نے کسی کو بھی نہیں چھوڑنا. وہ کیا کہتے ہیں کہ بھاج دیاں وہاں نہیں کھوجے. سو میں یہ کہنا چاہتا ہوں جنید صاحب کہ 2 ہفتوں میں جو کچھ کرنا ہے اس حکومت نے وہ کر لیں, اور یہ ذہن میں رکھیں کہ 2 ہفتوں میں تو بچی کا جہیز نہیں بنتا. 2 ہفتوں میں تو یہ نہیں پتا چلتا فلم چلے گی کہ نہیں چلے گی. وہ بچہ سکول داخل کرائیں تو 2 ہفتے میں تو اس کو سکول کا راستہ نہیں آتا. سو میں تو ان کو یہ مشورہ دوں گا کہ یہ جلد از جلد بلکہ آج ہی آرام سے اپنا استعفیٰ پکڑائیں اور گھروں کو جائیں. چودھری صاحب وہ تو کہہ رہے ہیں کہ ہم 1.5 سال تک رہیں گے. ایسی کی کہیں دے ساں اسی کوئی تو نہیں سا کہیں دے جیڑا پنو لا لے. ہم بھی یہی کہتے تھے کہ ہم 5 سال پورے کریں گے, بلکہ ہم تو اگلے 5 سال بھی لے کے پھر رہے تھے. اس کے ساتھ جنید صاحب ہم خواجہ آصف صاحب کے بیان کا بھی خیر مقدم کرتے ہیں, جو انہوں نے کہا کہ الیکشن ہونے چاہیے اور فوری ہونے چاہیے. عقل مندی اسی میں ہوتی ہے کہ جب ہانڈی جلنے لگے تو فوری طور پہ اسے چولہے سے نیچے اتار. وہ آگ تیز ہلکی کرنے کے چکر میں 5-6 بوٹیاں سڑ جاتی. میرا مطلب ہے جب دودھ ابلنے لگے تو عقل مندی یہی ہے کہ باہر گلنے سے پہلے پتیلا نیچے اتار دیا. سو اس حکومت کو چاہیے کہ فوری طور پہ استعفیٰ دے دے, ان کی ہانڈی جلنے والی ہو گئی ہوئی ہے. اچھا جوزف, آپ نے کہا کہ زرداری صاحب سے لوگ پوچھیں کہ وہ ECL سے نام نکلتے ہی دبئی کیوں چلے گئے, تو آپ کے پاس زرداری صاحب کا نمبر تو ہے, آپ خود کیوں نہیں پوچھ لیتے؟ جنید صاحب میں نے تو بہت عرصہ پہلے ڈیلیٹ کر دیا. اچھا جی میں جب فون نمبر بدلتا ہوں تو پھر باقی سارے ڈیلیٹ کر دیتا ہوں. اچھا اور میں جنید صاحب صرف یہ کہنا چاہتا ہوں کہ یہ لوگ جو ہے نا, ان کو سب کو اپنی اپنی پڑی ہوئی ہے. یہ زرداری صاحب بھی اپنے کام سیدھے کرنے کے لیے اب بھاگ دوڑ شروع کر چکے ہیں. ان کو عوام سے کوئی ہمدردی نہیں ہے, نہ ہی یہ عوام کے لیڈر ہیں. عوام کا لیڈر اس وقت صرف ایک ہی ہے, اس کا نام عمران خان ہے. اور اس کے بعد کوئی دوسرا لیڈر دیکھنا ہے تو آپ کو ڈھونڈنے کی ضرورت نہیں, آپ کے سامنے بیٹھا ہوا ہے. ارے واہ, جو جیلم کے جلسے نے ثابت کیا ہے. اللہ کے فضل سے جنید صاحب, جو جیلم کے جلسے میں عوام کا سمندر تھا ٹھاٹھے مارتا, اس نے یہ ثابت کیا ہے کہ فواد چودھری بھی کسی سے کم نہیں ہے. ٹھاٹھے مارنے سے یاد آیا, آپ نے 2 صحافیوں کو ٹھاٹھے ماری تھیں آپ نے, تو دوبارہ اقتدار میں آیا کہ تو نہیں آپ ٹھاٹھے ماریں گے؟ نہیں بالکل نہیں. دیکھیں میں ٹھاٹھیاں ایسے نہیں مارتا.
मेरे साथ को बदतमीजी करता है, उसका हक बनता है तो फिर मैं ठाठे मारता हूं। एटलीस्ट मुझे तो अभी भी आपसे डर लगता है कि आप ठाठ ना मार दें। नहीं जुनैद साहब, आप ऐसी बात नहीं करेंगे तो मैं क्यों आपको ठाठे मारूंगा। हाँ, अगर आपके मुंह से गलती से कोई बात निकले तो आप मुंह उधर करके कर लें ताकि मेरी ठाठ ना बजे आप। ये तो धमकी हो गई ना। जी, और मैं आपको कोई देख का मसाला नहीं लिखा रहा। चोई साहब, आप तो कह रहे हैं कि अवाम का जेहलम में ठाठे मारता समंदर था, उधर तो लोग ही बड़े कम आए थे। मेरा ख्याल है या आपको कमजोरी है या आपके टीवी को कमजोरी है। आपको सही इंफॉर्मेशन नहीं है। आपको अगर बात करनी होती है तो आप पहले टीवी पे देख लिया करें अच्छी तरह, या इंची टेप लेके बैठो तो स्क्रीन नाप लिया करो। अच्छा जो साहब, वहाँ पे जलसे में एक अजीब वाकया पेश आया कि डीपीओ जेलम ने इमरान खान के साथ सेल्फी बनवाई है तो लोगों ने कहा कि मुअत्तल हो जाओगे। उसने कहा जी कोई फिक्र की बात नहीं है, खैर है। जी, वो मेरा ही दिया हुआ हौसला है जिससे उसने ये बात की है, और वो अब मुअत्तल हो जाएगा। अच्छा, जब वो मुअत्तल हो जाएंगे तो फिर आप उनकी क्या मदद करेंगे? देखें जुनैद साहब, हम जातियात को नहीं देखते। हम अपने मकासद के लिए हुकूमत में नहीं आए। वाह वाह। हमें तो पाकिस्तान की और पाकिस्तान की आवाम की बेहतरी मकसूद है। अच्छा। और वो अल्लाह के फजल से हमने देखनी है। हमें मुअत्तल होने से भी डर नहीं लगता और इक़्तिदार में आने से भी डर नहीं लगता। चौधरी साहब, कुछ लोग कह रहे हैं कि जेलम वाले जलसे में आपके लोगों ने पैसे लेकर लोगों को स्टेज पर बिठाया। सीधे सोने नहीं सकते। एक मिनट गौरी साहब, पैसे लेके क्यों बिठाना है? सामने मस्तम लगी हुई थी। जलसे में कौन पैसे लेके बिठाता है यार? तुम्हारा दिमाग तो नहीं खराब हो गया? अगर ये कोई ऐसी कोई बात कर रहा है तो वो जाहिर है ये नून लीग का या पीपल्स पार्टी का कोई वर्कर होगा, वरना हम ऐसे क्यों करेंगे? वहां पे तकरीर होनी थी, फिल्म नहीं चलनी थी। चोई साहब, पब्लिक तो ये कह रही है कि इन्होंने 1 करोड़ नौकरी क्या देनी थी, इनकी तो अपनी नौकरी नहीं रही। जुनैद साहब, मैंने यकीन हुंदा जा रहा है कि इंसान है। तो जुनैद साहब, कहने का मतलब ये है कि ये हुकूमत होश के नाखुन ले, ये पाकिस्तान की बेहतरी सोचे। पाकिस्तान की जिसमें बेहतरी है, हर पार्टी को वो काम करना है। ये पाकिस्तान के लिए खतरा बनते जा रहे हैं। जरदारी साहब पहले पीपल्स पार्टी के लिए खतरा थे, अब पाकिस्तान के लिए खतरा बनते जा रहे हैं। इतने बड़े इल्जाम आप कैसे लगा देते हैं यार? जिस तरह अभी लगाया है। नाज़रीन, यहाँ में लेना एक छोटा सा वक्फा, हमारे साथ रहिए। बेशुमार ऐसे खानदान के खानदान हैं जो पाकिस्तान की सकाफत की खिदमत कर रहे हैं। मैं अवाम से ये इल्तिजा करनी चाहता हूँ कि ऐसे लोगों को सराहें और खुद भी अपनी सकाफत की अहमियत को समझें। अच्छा जी, इस ईद पे जो नई फिल्में लगी वो एक अरसे के बाद लगी थी, बीच में कोविड की वजह से सिनेमा हॉल बंद थे सारे। पाया था जी। तो जब फिल्में लगी तो वो लोगों ने धड़ाधड़ बाहर निकल के देखी। बहुत ज्यादा। सारी फिल्में बहुत अच्छी गई और बड़ा देखा गया फिल्मों को, मगर इंतहाई खौफनाक और अफसुर्दा बात ये है कि कुछ दिनों के बाद ही एक इंग्लिश मूवी लगी हॉलीवुड की, तो सारी फिल्में बैठ गई एक फिल्म की वजह से। जी, वो जो आई है इंग्लिश फिल्म, सारे लोग उधर को चल पड़े। हाँ जी, बच्चे बड़ा पसंद कर रहे हैं इसको। जी हाँ, और मैं ये हैरान हो रहा था कि हमें क्या है, हम क्यों दूसरे के पीछे ही भाग रहे हैं, और खास तौर पे कल्चर में, खास तौर पे एंटरटेनमेंट में, खास तौर पे हम अपने ये टीवी और फिल्म के हवाले से हमें क्यों दूसरे की चीज ज्यादा अच्छी लगती है? हमें क्या हो गया है? हम किस तरफ को जा रहे हैं? हम कितने सस्ते और कितने छोटी सोच के होते जा रहे हैं। कभी भी कल्चर में कोई किसी दूसरे को लाइक करते हैं मगर अपनाते नहीं हैं। जब मोहब्बत की बारी आती है, जब सराहने की बारी आती है, तो कौमें अपने कल्चर को सराहती हैं, अपने कल्चर से मोहब्बत करती हैं। वो पता नहीं क्यों हमें क्या हो गया है। आप देखें ना हिस्ट्री, हमारा कोई भी सिंगर अगर सुपर हिट हुआ है या उसका बहुत नाम हुआ है, तो वो बाहर किसी दूसरे मुल्क में गा के तो उसका गाना या उसकी एल्बम हिट हुई है, तो फिर हमें पता चला कि ये तो बड़ा अच्छा सिंगर है। जी बिल्कुल, उससे पहले नहीं हमने उसको लिफ्ट करा। सो हमें दूसरों के पीछे लगने की कल्चर में क्यों या सकाफत में क्यों आदत पड़ रही है, या हमें ये क्या हो गया हुआ है? सकाफत तो सिर्फ
अपने आबाओ अजदाद की रवायात होती हैं, सिर्फ उनसे मोहब्बत की जाती है। अपनी सकाफत को छोड़ के दूसरे की सकाफत के पीछे लगना ऐसे ही है जैसे आप माँ बाप के बेअदब हो गए। सीधी बात है। मैं बड़ा सराहता हूँ कुछ लोगों, चूंकि सारी दुनिया हम फिरते रहे हैं शोज के लिए। मुझे याद आ रहा था कल एक बंदा, वो भी एक मैंने खबर सुनी, ऑस्ट्रेलिया में एक शख्स है जावेद नजर, वो फर्स्ट क्लास क्रिकेट वगैरह खेलते रहे और फिर उन्होंने अंपायरिंग भी की। ये वो क्रिकेटर्स के साथ उनकी बड़ी प्यार मोहब्बत है। वो ऑस्ट्रेलिया चले गए हुए हैं, उधर ही वो सेटल हैं। यार उस बंदे ने वहां रहते हुए, अब तो माशाल्लाह बारिश है और बड़े नेक आदमी है, बड़े प्यारे आदमी, उस शख्स ने पाकिस्तान के कल्चर को वहां पे मौजूद पाकिस्तानियों को और दूसरे मुल्कों के लोगों को दिखाने के लिए दिन रात एक किया हुआ है। मैं हैरान होता हूं कि यार ऐसे लोग भी तो हैं। और मैंने देखा कि ऐसा एहसास मुल्क से दूर जा गई होता है अपने कल्चर का। यहाँ रहते हुए नहीं हमें उसकी अहमियत का पता। वो जावेद नजर जो है ना जी, उन्होंने उस्मा गिलानी साहिबा भी हमारी बहुत बड़ी फनकारा, वो भी ऑस्ट्रेलिया में है, वो भी उनके साथ जुड़ी रहती हैं। दूसरे उनके बहुत से साथी उनके साथ जुड़ के काम कर रहे होते हैं और उन्होंने ऐसा काम किया हुआ है। हर तरह का शो वो करवाते हैं, मतलब ड्रामा भी वहां लेके गए और बहुत बहुत बड़े फनकार तालीम बालगा जैसा ड्रामा लेके गए। हर किस्म का वो शो करते हैं जी। कूचा सकाफत ऑस्ट्रेलिया के नाम से उन्होंने एक कम्युनिटी बनाया हुई है, ऑर्गेनाइजेशन, उसके वो रुए रवा हैं जावेद नजर साहब। उन्होंने इस तंजीम के बैनर तले मतलब ड्रामे भी बहुत बहुत अच्छे, बहुत बहुत बड़े और बड़ी महंगी कास्ट के लोग वहां लेके गए, उनको दिखाया। तालीम बालगा वहां गया जिसमें ये सारे फनकार बहरोज सब्जवारी और शहजाद रजा साहब और मोहम्मद कवी खान साहब और अल्लाह बख्शे काजी वाजिद साहब, ये लोग जाके वहां परफॉर्म करके आए। फिर अनवर मकसूद साहब हमारे लिविंग लेजेंड, उनको लेके गए। पाकिस्तान 70 का, अनवर मकसूद 78 का, इस उन्वान से उन्होंने वहां उनकी गुफ्तगू करवाई। फिर एहतसाब के नाम से मोहतरम मोहम्मद कवी खान साहब और मैं और जवाद वसीम साहब, हम लोग गए थे एहतसाब के नाम से। हमने भी वहां पे जाके एक ड्रामा किया, शो किया। अच्छा, सिर्फ ड्रामे नहीं जी, वो ये पेंटिंग की नुमाइश बहुत बहुत अच्छे लेवल पे उन्होंने करवाई। मुशायरे बेतहाशा उन्होंने करवाए जी। फिर मेरा ख्याल है 2014 की बात है, याददाश्तों पर मबनी एक प्रोग्राम, बातें फन की यादें मन की, ये उन्होंने करवाया, उसका इनाकाद किया। फिर अंडर 14 नुमाइशी क्रिकेट मैच का इनाकाद किया। हर किस्म, खेल का मैदान हो, कोई आर्ट का कोई भी किस्म हो, हर किस्म की वहां पे वो नुमाइशें और प्रोग्राम मुनाकद करते हैं। और अपने पाकिस्तानियों को वो इतना ज्यादा पाकिस्तान के कल्चर से जोड़ के रखे हुए हैं कि मैं हैरान होता हूँ। खुद बड़े अच्छे शायर हैं वो, और उन्होंने किताबें भी लिखी हैं। 80 की दहाई में बरतानिया में गौरी साहब काउंटी क्रिकेट खेलते रहे, फर्स्ट क्लास क्रिकेट में भी बासियत ऑलराउंडर अपनी खिदमात सर अंजाम दी हुई। उस टाइम ज़हीरबाज़ भी खेलते थे। हाँ, उनके वालिद नजर अमरोह भी शायर थे और छोटे भाई उनके इकबाल नजर पीटीवी के अवार्ड याफ्ता ड्रामा राइटर है। मतलब सारी फैमिली उनकी बहुत बड़ी फैमिली के बंदे हैं, मगर इतनी मेहनत उन्होंने ये कूचा सकाफत की तंजीम जो है उनकी, उसके बैनर तले की है कि क्या बात है। अंजुम अय्याज की कैलीग्राफी की नुमाइश उन्होंने वहां पे लगवाई। मतलब मुझे याद आता है तो मैं हैरान होता हूँ कि यार कितना कितना बड़ा काम उस बंदे ने ऑस्ट्रेलिया में इतनी दूर, हजारों मील दूर उसका इनाकाद किया, और यहाँ से वो किस तरह हर चीज इंतजाम करके वो वहां लेके जाते हैं। कभी खान साहब को वक्त पड़ा होता है उनके प्रोग्राम के लिए या उनकी आवाज पे वो इस तरह लब्बैक कह रहे होते हैं। वो कहते हैं कि यार इतना जुनूनी बंदा है, इतना काम कर रहा है, तो हम लोगों को भी चाहिए कि उसके कंधे के साथ कंधा। बिल्कुल। और कभी खान साहब ने मुझे बताया कि अब इनको जावेद नजर साहब को और इनके साथियों को वहां ऑस्ट्रेलिया में पार्लियामेंट में बुलाया जा रहा है। 17 जून को इनकी खिदमात को देखते हुए वहां एक मुस्लिम पार्लियामेंटेरियन है, शौकत मुसलमानी, ओरिजिन उनकी मेरा ख्याल है लिबिया से है। तो वो उन्होंने इन सबको इनकी इस तरह की तकरीबात और इनकी मेहनत देखते हुए इनको वहां पार्लियामेंट में बुला के पार्लियामेंट की तरफ से सर्टिफिकेट और अवार्ड्स देने का प्लान किया। अरे वाह! तो मेरा मतलब है कि दूसरे लोगों को अगर नजर आता है तो हमें भी अपने सकाफती खिदमतगारों को
सराहना चाहिए। बिल्कुल। तो यहाँ रहते हुए भी वो क्या कहते हैं, घर की मुर्गी दाल बराबर। मैं समझता हूँ कि यहाँ के लोगों को चाहिए कि वो भी अपनी सकाफत के लिए बड़ी खिदमत सर अंजाम दें। इस तरह के लोग आगे आए, जिस तरह पहले बेशुमार ऐसे फैमिलियां थी पूरी ये पीर फैमिली, रफी पीर साहब, सारे उनके बेटे भी, रफी साहब खुद भी, और हर फैमिली का फर्द जो है वो सकाफत की खिदमत करते रहे हैं सारी जिंदगी। फिर ये सूफी तबस्सुम साहब, वो खुद बहुत बड़े आदमी हुए हैं, कल्चर को भी इंट्रोड्यूस करवाया लोगों के साथ, शायरी बेतहाशा की। बच्चे उनके आगे जो हैं, सूफी निसार साहब बहुत बड़े ड्रामा राइटर हुए, सूफी जावेद उनका पोता जो है वो बड़ा अच्छा आर्टिस्ट और राइटर, और फिर डॉक्टर आला। तो जो ये लोग जो है ना जी, ये फैज अहमद फैज फैमिली जी, अब देखिए ना, सारा टब्बर ही सारी जिंदगी का पाकिस्तान की सकाफत की खिदमत कर रहा है। इरफान खूसट साहब फैमिली, सुल्तान खूसट, इरफान खूसट, वो फिर सरमद खूसट, और फिर उनकी बेटी, सब लोग जो है इस तरह के बेशुमार ऐसे खानदान हैं जो पाकिस्तान की सकाफत की खिदमत कर रहे हैं। मैं अवाम से ये इल्तिजा करनी चाहता हूं कि ऐसे लोगों को सराहें और खुद भी अपनी सकाफत की अहमियत को समझें। खुदा के वास्ते बाहर की सकाफत जो है वो देखने के लिए होती है, ठीक है, मगर जहाँ पे अपनाने के लिए नहीं, मोहब्बत के मुकाबले का वक्त आता है तो यार अपनी सकाफत की इज्जत बढ़ाओ खुदा के वास्ते। वाह वाह वाह। नाजरीन, ये था आज का अस्पहाल, और आज के पते की बात ये कि हमारे दरिया शायद इसलिए भी खुश्क हो गए कि हमने उनमें नेकियां डालनी छोड़ दी हैं। लोग नेकी करते हैं और दरिया में डालने की बजाय फेसबुक पर डाल देते हैं। खुश रहें, खुश रखें। आपसे मुलाकात होगी इंशाल्लाह अगले हफ्ते। अल्लाह हाफिज।